ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨਾਵਲ ਮੰਝਧਾਰ ਅੰਕ 11ਵਾਂ। ਦੂਜੇ ਦਿਨ ਇਤਫਾਕ ਨਾਲ ਹੀ ਦੋਹਾਂ ਦਾ ਮੇਲ ਹੋ ਗਿਆ। ਸ਼ਾਮ ਨੂੰ ਸ਼ੰਭੂ ਰੇਲਵੇ ਰੋਡ ਵੱਲੋਂ ਕੋਤਵਾਲੀ ਬਾਜ਼ਾਰ ਵੱਲ ਤੁਰਿਆ ਜਾ ਰਿਹਾ ਸੀ ਕਿ ਇੱਕ ਸਿਲਕੀ ਸੂਟ ਵਾਲੇ ਜੈਂਟਲਮੈਨ ਉੱਤੇ ਉਸਦੀ ਨਜ਼ਰ ਜਾ ਪਈ, ਜਿਹੜਾ ਆਪਣੇ ਕਾਲੇ ਚਮਕਦਾਰ ਬੂਟਾਂ ਨੂੰ ਚਿਰਕਾਂਦਾ ਹੋਇਆ ਪੈਂਟ ਦੀਆਂ ਜੇਬਾਂ ਵਿੱਚ ਹੱਥ ਪਾਈ ਬੜੀ ਕਾਹਲੀ ਉਸਦੇ ਲਾਗਿਓਂ ਲੰਘ ਗਿਆ। ਉਸ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਸ਼ੰਭੂ ਨੇ ਸੋਚਿਆ ਕਿ ਇਹ ਉਹੀ ਨਵਲ ਕਿਸ਼ੋਰ ਹੈ। ਪਾਨ ਨਾਲ ਬੁੱਲ ਰੰਗੇ ਹੋਏ ਕੋਟ ਦੀ ਜੇਬ ਵਿੱਚ ਪਾਰਕਰ ਦਾ ਪੈਨ ਅੜੁੰਗਿਆ ਹੋਇਆ, ਜਿਸ ਦੇ ਨਾਲੋਂ ਹੀ ਇੱਕ ਤੈਅ ਕੀਤੇ ਹੋਏ ਰੇਸ਼ਮੀ ਰੁਮਾਲ ਦੀ ਨੁੱਕਰ ਬਾਹਰ ਨਿਕਲੀ ਹੋਈ, ਜਿਸ ਵਿੱਚੋਂ ਲਵੈਂਡਰ ਦੀ ਖੁਸ਼ਬੂ ਆ ਰਹੀ ਸੀ। ਉਸ ਦੀ ਵੀਣੀ ਉੱਤੇ ਵੈਸਟ ਐਂਡ ਦੀ ਰੋਲਡ ਗੋਲਡ ਘੜੀ ਚਮਕ ਰਹੀ ਸੀ। ਉਹ ਖੂਬ ਝੂਮ ਕੇ ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ ਗਾਉਂਦਾ ਤੁਰਿਆ ਜਾ ਰਿਹਾ ਸੀ। ਸ਼ੰਭੂ ਨੂੰ ਸ਼ੱਕ ਪਿਆ ਕਿ ਨਵਲ ਕਿਸ਼ੋਰ ਜਾਣ-ਬੁੱਝ ਕੇ ਉਸ ਪਾਸੋਂ ਨਜ਼ਰ ਬਚਾਉਂਦਾ ਹੋਇਆ ਰਸਤਾ ਵਲਾ ਕੇ ਲੰਘਿਆ ਹੈ। ਦੋਸਤ ਜਿਸਨੇ ਜ਼ਿੰਦਗੀ ਭਰ ਦੋਸਤੀ ਨਿਭਾਉਣ ਦੇ ਕੌਲ ਕਰਾਰ ਕੀਤੇ ਹੋਏ ਸਨ, ਉਸ ਦੀ ਇਤਨੀ ਉਪੇਖਿਆ ਵੇਖ ਕੇ ਸ਼ੰਭੂ ਦਾ ਦਿਲ ਸੜ ਭੁੱਜ ਕੇ ਰਹਿ ਗਿਆ। ਉਸ ਦੀ ਸਲਾਹ ਹੋਈ ਕਿ ਚਲੋ ਨਹੀਂ ਤਾਂ ਨਾ ਸਹੀ, ਜਿਸ ਨੂੰ ਮੇਰੇ ਨਾਲ ਬੋਲਣ ਵਰਤਣ ਦੀ ਲੋੜ ਨਹੀਂ ਤਾਂ ਮੇਰੀ ਇਸ ਖੁਣੋਂ ਕਿਹੜੀ ਗੱਡ ਖੁੰਬੀ ਪਈ ਹੈ। ਪਰ ਨਿਹਾਲੋ ਦੀ ਮੁਲਾਕਾਤ ਦਾ ਜਦ ਉਸਨੂੰ ਖਿਆਲ ਆਇਆ ਤਾਂ ਉਸਨੇ ਆਪਣੀ ਅਣਖ ਨੂੰ ਇੱਕ ਪਾਸੇ ਰੱਖਦਿਆਂ ਆਵਾਜ਼ ਮਾਰ ਹੀ ਲਈ, ਇਹ ਕੀ ਗੱਲ ਹੈ ਸਰਕਾਰ, ਕੋਈ ਗੁਸਤਾਖੀ ਹੋ ਗਈ ਏ ਖਾਕਸਾਰ ਪਾਸੋਂ। ਓਹੋ, ਜਿਵੇਂ ਇਸ ਤੋਂ ਪਹਿਲਾਂ ਉਸਨੇ ਤੱਕਿਆ ਹੀ ਨਾ ਹੋਵੇ, ਪਿਛਾਂਹ ਪਰਤ ਕੇ ਨਵਲ ਕਿਸ਼ੋਰ ਨੇ ਬਨੌਟੀ ਜਿਹੇ ਤਪਾਕ ਨਾਲ ਕਿਹਾ, ਮੈਂ ਖਿਆਲ ਹੀ ਨਹੀਂ ਕੀਤਾ। ਸੁਣਾ ਕਿੱਧਰ? ਸ਼ੰਭੂ ਨੇ ਵੇਖਿਆ ਨਵਲ ਕਿਸ਼ੋਰ ਦੇ ਢੰਗ ਵਿੱਚੋਂ ਸ਼ਰਮਿੰਦਗੀ ਪ੍ਰਗਟ ਹੋ ਰਹੀ ਸੀ। ਉਹ ਬੋਲਿਆ, ਕੱਲ ਤੈਨੂੰ ਮਿਲਣ ਗਿਆ ਸਾਂ, ਪਰ ਚਾਚੀ ਪਾਸੋਂ ਪਤਾ ਲੱਗਾ ਕਿ ਰਾਏ ਸਾਹਿਬ ਅੱਜ ਕੱਲ੍ਹ ਬੜੇ ਰੁਝੇਵਿਆਂ ਵਿੱਚ ਰਹਿੰਦੇ ਨੇ। ਸ਼ੰਭੂ ਦੇ ਬੋਲਣ ਢੰਗ ਵਿੱਚੋਂ ਚੁਭਵੀਂ ਟਕੋਰ ਦਾ ਰੰਗ ਸਾਫ਼ ਦਿਖਾਈ ਦੇ ਰਿਹਾ ਸੀ, ਜਿਸ ਨੇ ਨਵਲ ਕਿਸ਼ੋਰ ਦੀ ਸ਼ਰਮਿੰਦਗੀ ਵਿੱਚ ਥੋੜ੍ਹੀ ਜਿਹੀ ਖਿੱਚ ਦਾ ਅੰਸ਼ ਰਲਾ ਦਿੱਤਾ। ਉਹ ਬੋਲਿਆ, ਅੱਜ ਕੱਲ੍ਹ ਪ੍ਰੈਸ ਵਿੱਚ ਕੰਮ ਦਾ ਜ਼ੋਰ ਸੀ, ਜਿਸ ਕਰਕੇ ਓਵਰ ਟਾਈਮ ਕੋ ਜ਼ਿਆਦਾ ਲਾਣਾ ਪੈਂਦਾ ਏ। ਚਲੋ ਕੰਮ ਨਾਲ ਹੀ ਤਾਂ ਭਾਏ, ਸ਼ੰਭੂ ਨੇ ਭੀੜਾ ਜਿਹਾ ਮੂੰਹ ਬਣਾ ਕੇ ਕਿਹਾ। ਤੇ ਹੁਣ ਕਿਹੜੇ ਪਾਸੇ ਜਾ ਰਹੀ ਹੈ ਸਰਕਾਰ? ਕਿਤੇ ਨਹੀਂ, ਪ੍ਰੈਸ 'ਚੋਂ ਆਇਆ ਸਾਂ। ਮੈਂ ਆਖਿਆ ਜਰਾ ਫਿਰ ਤੋਂ ਆਵਾਂ, ਕੱਲ ਐਤਵਾਰ ਦੀ ਛੁੱਟੀ ਵੀ ਨਹੀਂ ਸਾਂ ਕਰ ਸਕਿਆ। ਸ਼ੰਭੂ ਜਾਣਦਾ ਸੀ ਕਿ ਨਵਲ ਕਿਸ਼ੋਰ ਕਿੰਨਾ ਕੁ ਸੱਚ ਬੋਲ ਰਿਹਾ ਹੈ, ਕਿਉਂਕਿ ਪ੍ਰੈਸ 'ਚੋਂ ਨਿਕਲ ਕੇ ਇਸ ਪਾਸੇ ਤੁਰਨ ਫਿਰਨ ਆਉਣ ਦਾ ਉਸਨੂੰ ਕੋਈ ਵੀ ਕਾਰਨ ਨਹੀਂ ਸੀ ਦਿਸਦਾ। ਛੋਟੇ ਇਸ ਤੋਂ ਕਿ ਟਾਕੀ ਹਾਊਸ ਇੱਥੋਂ ਨੇੜੇ ਸੀ। ਉਸਨੇ ਵੀ ਭਾਂਪ ਲਿਆ ਕਿ ਨਵਲ ਕਿਸ਼ੋਰ ਜਲਦੀ ਤੋਂ ਜਲਦੀ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ, ਪਰ ਉਸਨੇ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਸੀ ਕਿ ਇੱਕ ਵਾਰੀ ਹੀਜ ਪਿਆਜ਼ ਫੋਲਣ ਦਾ, ਜਿਸ ਕਰਕੇ ਸੁਖਾਲਾ ਹੀ ਉਹ ਉਸਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਸੀ। ਉਹ ਬੋਲਿਆ, ਅੱਛਾ ਕਿਹੜੇ ਪਾਸੇ ਚੱਲਣ ਦੀ ਸਲਾਹ ਏ? ਨਵਲ ਕਿਸ਼ੋਰ ਦੁਚੁੱਤੀ ਵਿੱਚ ਪੈ ਗਿਆ। ਚੱਲਣ ਸ਼ਬਦ ਦੇ ਥਾਂ ਜੇ ਸ਼ੰਭੂ ਜਾਣ ਕਹਿ ਦਿੰਦਾ ਤਾਂ ਜਵਾਬ ਵਿੱਚ ਸ਼ਾਇਦ ਉਹ ਇਹ ਆਖ ਕੇ ਖਹਿੜਾ ਛੁਡਾ ਲੈਂਦਾ, ਕਿਸੇ ਜ਼ਰੂਰੀ ਕੰਮ ਚੱਲਿਆ ਹਾਂ। ਪਰ ਹੁਣ ਕੀ ਆਖੇ? ਦੋਵੇਂ ਨਾਲੋਂ ਨਾਲ ਹੋ ਕੇ ਢਿੱਲੇ ਕਦਮੀ ਸੜਕ ਤੁਰੇ ਗਏ। ਅੱਗੇ ਇੱਕ ਛੋਟੀ ਜਿਹੀ ਪੁਲੀ ਆ ਗਈ, ਜਿਸ ਉੱਤੇ ਬੈਠਦਾ ਹੋਇਆ ਸ਼ੰਭੂ ਕਹਿਣ ਲੱਗਾ, ਜੇ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਹੋ ਤਾਂ 2 ਮਿੰਟ ਬੈਠ ਜਾ ਜਰਾ, ਤੇਰੇ ਨਾਲ 2-4 ਗੱਲਾਂ ਕਰਨੀਆਂ ਨੇ। ਨਵਲ ਕਿਸ਼ੋਰ ਨੂੰ ਆਪਣੇ ਦੋਸਤ ਦਾ ਰਵੱਈਆ ਸਖਤ ਬੁਰਾ ਮਾਲੂਮ ਹੋਇਆ। ਫਿਰ ਵੀ ਬਲਦੀ ਦੇ ਬੂਥੇ ਅੱਗੇ ਆ ਕੇ ਬਚਣਾ ਉਸ ਲਈ ਸੌਖਾ ਨਹੀਂ ਸੀ। ਉਸਨੇ ਜੇਬ ਚੋਂ ਹੀ ਰੇਸ਼ਮੀ ਰੁਮਾਲ ਕੱਢਿਆ, ਉਸ ਦੀਆਂ ਤਹਿਾਂ ਖੋਲੀਆਂ ਤੇ ਪੁਲੀ ਦੇ ਖਾਲੀ ਹਿੱਸੇ ਉੱਤੇ ਵਿਛਾ ਕੇ, ਜੋ ਪੈਂਟ ਖਰਾਬ ਨਾ ਹੋ ਜਾਵੇ, ਸ਼ੰਭੂ ਦੇ ਨਾਲ ਹੋ ਕੇ ਬੈਠਦਾ ਹੋਇਆ ਬੋਲਿਆ, ਦੱਸ, ਤੂੰ ਮੁੜ ਕੇ ਸ਼ਕਲ ਹੀ ਨਹੀਂ ਦਿਖਾਈ ਉਦਣ ਤੋਂ ਬਾਅਦ। ਸ਼ੰਭੂ ਨੇ ਪੁੱਛਿਆ, ਕੀ ਕਰਦਾ? ਤੈਨੂੰ ਦੱਸਿਆ ਤਾਂ ਹੈ ਕਿ ਕੰਮ ਦਾ ਜ਼ੋਰ ਸੀ, ਮੂੰਹ ਹਨੇਰੇ ਜਾਈਦਾ ਏ ਤੇ ਰਾਤੀ ਸੋਤੇ ਪਏ ਵੇਲ ਮਿਲਦੀ ਏ। ਮਿਲਦਾ ਕਿਹੜੇ ਵੇਲੇ? ਪਰ ਮੈਂ ਪੁੱਛਣਾ ਕਿਸ਼ੋਰ, ਸ਼ੰਭੂ ਗੁੱਸੇ ਦੀਆਂ ਕੰਨੀਆਂ ਸਮੇਟਦਾ ਹੋਇਆ ਬੋਲਿਆ, ਇਹ ਚਲਾਕੀਆਂ ਕਦੋਂ ਤੋਂ ਸਿੱਖੀਆਂ ਈ? ਅੱਗੇ ਤਾਂ ਨਹੀਂ ਸੇ ਤੂੰ ਇਹੋ ਜਿਹਾ ਹੁੰਦਾ। ਚਲਾਕੀਆਂ? ਕਿਹੜੀ ਚਲਾਕੀ ਕੀਤੀ ਏ ਸ਼ੰਭੂ ਮੈਂ ਤੇਰੇ ਨਾਲ? ਪੁੱਛਣਾ ਏ ਕਿਹੜੀ ਚਲਾਕੀ ਕੀਤੀ ਹੈ? ਇਹੋ ਜਿਹੜੀ ਇਸ ਵੇਲੇ ਕਰ ਰਿਹਾ ਏ। ਨਵਲ ਕਿਸ਼ੋਰ ਨੂੰ ਝੇਪ ਜਿਹੀ ਆਈ, ਪਰ ਛੇਤੀ ਹੀ ਸੰਭਲ ਕੇ ਬੋਲਿਆ, ਇਹ ਤੇਰਾ ਐਵੇਂ ਵਹਿਮ ਹੈ ਸ਼ੰਭੂ। ਭਲਾ ਤੇਰੇ ਨਾਲ ਮੈਂ ਕੀ ਚਲਾਕੀ ਕਰਨੀ ਸੀ? ਮੇਰੇ ਨਾਲ ਨਾ ਸਹੀ, ਆਪਣੀ ਮਾਂ ਨਾਲ ਸਹੀ। ਮਾਂ ਨਾਲ? ਹਾਂ, ਮਾਂ ਨਾਲ, ਜਿਸ ਨੂੰ ਤੂੰ ਕਿਹਾ ਸੀ ਕੱਲ ਅੱਧੀ ਰਾਤ ਤੱਕ ਤੂੰ ਸ਼ੰਭੂ ਕੋਲ ਬੈਠਾ ਗੱਪਾਂ ਮਾਰਦਾ ਰਿਹਾ ਸੈਂ। ਨਵਲ ਕਿਸ਼ੋਰ ਨੂੰ ਜਿਵੇਂ ਕਿਸੇ ਨੇ ਚਿੱਕੜ ਵਿੱਚ ਦੱਬ ਦਿੱਤਾ। ਉਸਦੇ ਮੂੰਹ ਤੇ ਹਵਾਈਆਂ ਉੱਡਣ ਲੱਗੀਆਂ। ਪੁਲੀ ਜਿਸ ਤੇ ਬੈਠਾ ਹੋਇਆ ਸੀ ਦੀਆਂ ਇੱਟਾਂ ਗਿਣ ਲੱਗ ਪਈਆਂ ਉਸਦੀਆਂ ਅੱਖਾਂ। ਸ਼ੰਭੂ ਜਰਾ ਕੁ ਰੁਕ ਕੇ ਫਿਰ ਬੋਲਿਆ, ਵੇਖ ਕਿਸ਼ੋਰ, ਜੇ ਨਾ ਮੰਨੇ ਤਾਂ ਤੇਰੇ ਉੱਤੇ ਮੇਰਾ ਕੋਈ ਦਾਈਆ ਨਹੀਂ,
ਤੇ ਜੇ ਮੰਨ ਲਵੇਂ ਤਾਂ ਵੀ ਮੇਰੇ ਲਈ ਤੂੰ ਸਕਿਆਂ ਨਾਲੋਂ ਵੱਧ ਹੈ। ਧਰਮ ਨਾਲ ਦੱਸ, ਤੈਨੂੰ ਮੇਰੀ ਨੀਤ ਉੱਤੇ ਜਾਂ ਮੇਰੀ ਦੋਸਤੀ ਉੱਤੇ ਸ਼ੱਕ ਕਿਉਂ ਪੈਦਾ ਹੋ ਗਿਆ? ਸ਼ੱਕ? ਸਿਰ ਚੁੱਕ ਕੇ ਨਵਲ ਕਿਸ਼ੋਰ ਨੇ ਇੰਨਾ ਹੀ ਪੁੱਛਿਆ ਤੇ ਉਸਦੀਆਂ ਅੱਖਾਂ ਝੁਕ ਗਈਆਂ। ਹਾਂ ਸ਼ੱਕ, ਸ਼ਿੰਭੂ ਜਰਾ ਜ਼ੋਰ ਨਾਲ ਬੋਲਿਆ। ਜੇ ਤੈਨੂੰ ਮੇਰੀ ਦੋਸਤੀ ਉੱਤੇ ਸ਼ੱਕ ਨਾ ਹੁੰਦਾ ਤੇ ਇਸ ਤਰ੍ਹਾਂ ਤੂੰ ਟੁੰਬੀ ਮਾਰ ਜਾਂਦੇ ਹੋ। ਉਸ ਦਿਨ ਹੋਟਲ ਵਿੱਚ ਜਿਹੜੀਆਂ ਗੱਲਾਂ ਹੋਈਆਂ ਸਨ ਉਹਨਾਂ ਬਾਰੇ ਮੈਂ ਤੈਨੂੰ ਕੋਈ ਮਾੜੀ ਸਲਾਹ ਦਿੱਤੀ ਸੀ? ਸੱਚੋ ਸੱਚ ਦੱਸੀ, ਲੁਕਾਈ ਬਿਲਕੁਲ ਨਾ। ਕੁਝ ਕਹਿਣ ਲਈ ਨਵਲ ਕਿਸ਼ੋਰ ਨੇ ਇੱਕ ਵਾਰੀ ਫਿਰ ਉਤਾਂਹ ਤੱਕਿਆ, ਪਰ ਝੱਟ ਹੀ ਫਿਰ ਉਂਦੀ ਪਾ ਬੈਠਾ। ਬੋਲਦਾ ਕਿਉਂ ਨਹੀਂ ਕਿਸ਼ੋਰ? ਸ਼ਿੰਭੂ ਨੇ ਉਸਦਾ ਮੋਢਾ ਹਿਲਾਇਆ। ਮੈਂ ਜਾਣਨਾ ਵਾਂ ਤੂੰ ਦਿਲ ਦਾ ਭੇਤ ਮੇਰੇ ਅੱਗੇ ਖੋਲ੍ਹਣਾ ਨਹੀਂ ਚਾਹੁੰਦਾ, ਫਿਰ ਵੀ ਢੀਠ ਪੁਣੇ ਦੇ ਤਾਂ ਤੇਥੋਂ ਪੁੱਛੀ ਜਾਣਾ ਵਾਂ, ਕਿਉਂ ਇਸ ਤਰ੍ਹਾਂ ਕਹਿ ਰਿਹਾ ਵਾਂ? ਇਹ ਮੈਂ ਹਾਲੇ ਨਹੀਂ ਦੱਸ ਸਕਦਾ। ਸ਼ਾਇਦ ਕੋਈ ਵਕਤ ਆਵੇਗਾ ਜਦੋਂ ਆਪਣੇ ਆਪ ਤੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਮਿਲ ਜਾਵੇਗਾ। ਤੂੰ ਇਹ ਨਾ ਸੋਚ ਕਿ ਪੁੱਛੇ ਬਗੈਰ ਮੈਂ ਤੇਰਾ ਖਹਿੜਾ ਛੱਡ ਦਿਆਂਗਾ। ਮੈਨੂੰ ਮਿਹਰਬਾਨੀ ਕਰਕੇ ਸਾਰੀ ਗੱਲ ਅਲਫ ਤੋਂ ਯੈ ਤੱਕ ਖੋਲ ਕੇ ਸੁਣਾ ਕਿ ਤੂੰ ਪੰਡਿਤ ਕੋਲ ਗਿਆ ਸੈਂ ਤਾਂ ਉਸ ਤੈਨੂੰ ਕੀ ਕੁਝ ਆਖਿਆ ਤੇ ਕਿਹੜੇ ਫੈਸਲੇ ਤੇ ਪਹੁੰਚ ਕੇ ਤੇਰੀ ਤਸੱਲੀ ਹੋ ਗਈ ਕਿ ਮੁੜ ਮੈਨੂੰ ਮਿਲਣ ਦੀ ਵੀ ਤੂੰ ਲੋੜ ਨਾ ਸਮਝੀ। ਲੋਭ ਦੀ ਪਗਡੰਡੀ ਭਾਵੇਂ ਆਦਮੀ ਨੂੰ ਨਿਵਾਣ ਵੱਲ ਲੈ ਜਾਂਦੀ ਹੋਵੇ, ਪਰ ਉਸ ਵਿੱਚ ਕੋਈ ਕੋਸ਼ਿਸ਼ ਜ਼ਰੂਰ ਹੁੰਦੀ ਹੈ ਜਿਹੜੀ ਜੇ ਆਦਮੀ ਰੁਕਣਾ ਚਾਹੇ ਤਾਂ ਵੀ ਛੇਤੀ ਛੇਤੀ ਰੁਕਣ ਨਹੀਂ ਦਿੰਦੀ। ਨਵਲ ਕਿਸ਼ੋਰ ਦਾ ਮਨ ਇਸ ਵੇਲੇ ਭਾਰੀ ਦੁਵਿਧਾ ਵਿੱਚ ਫਸਿਆ ਹੋਇਆ ਸੀ। ਆਪਣੇ ਨਵੇਂ ਅਪਣਾਏ ਰਾਹ ਤੁਰਦਾ ਹੋਇਆ ਉਹ ਇੱਕ ਐਸੇ ਦੁਰਾਹੇ ਤੇ ਆ ਪਹੁੰਚਿਆ ਸੀ ਜਿਸ ਤੋਂ ਅੱਗੇ ਉਸਨੂੰ ਦੋਹਾਂ ਵਿੱਚੋਂ ਇੱਕ ਅਪਣਾਉਣਾ ਤੇ ਇੱਕ ਛੱਡਣਾ ਆਵਸ਼ਕ ਸੀ। ਇੱਕ ਪਾਸੇ ਉਸਦਾ ਦੋਸਤ ਸੀ, ਦੂਜੇ ਪਾਸੇ ਉਸਦਾ ਨਵਾਂ ਨਵੇਲਾ ਧਰਮ ਪਿਤਾ ਜਿਹੜਾ ਉਸ ਲਈ ਸੋਨੇ ਦਾ ਸੰਸਾਰ ਹੱਥਾਂ ਤੇ ਰੱਖੀ ਖੜਾ ਸੀ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਸ ਨੂੰ ਰੱਖੇ ਤੇ ਕਿਸ ਨੂੰ ਛੱਡੇ। ਸਲਾਹ ਉਸਦੀ ਇਹੋ ਸੀ ਕਿ ਦੋਹਾਂ ਵਿੱਚੋਂ ਕੋਈ ਵੀ ਛੱਡਣ ਦੀ ਲੋੜ ਨਾ ਪਵੇ, ਪਰ ਇਹ ਅਸੰਭਵ ਸੀ। ਕੀਕਨ ਉਸ ਪ੍ਰਣ ਨੂੰ ਤੋੜੇ ਜਿਹੜਾ ਸ਼ੁਕਲ ਹੋਰਾਂ ਨਾਲ ਕਰ ਚੁੱਕਾ ਸੀ ਭੇਦ ਲੁਕਾਈ ਰੱਖਣ ਦਾ। ਸੋ ਦੋਸਤੀ ਉੱਤੇ ਸਵਰਨ ਸੰਸਾਰ ਨੂੰ ਹੀ ਉਸਨੂੰ ਤਰਜੀਹ ਦੇਣੀ ਪਈ। ਸੰਕੋਚ ਦੀ ਖੁੱਬਣ ਵਿੱਚੋਂ ਆਪਣੇ ਆਪ ਨੂੰ ਕੱਢਦਾ ਹੋਇਆ ਬੋਲਿਆ, ਸ਼ਿੰਭੂ ਮੈਨੂੰ ਮਾਫ ਕਰੀ। ਪੰਡਿਤ ਹੋਰਾਂ ਬਾਬਤ ਤੂੰ ਸਖਤ ਭੁਲੇਖੇ ਵਿੱਚ ਹੈ। ਮੈਨੂੰ ਵੀ ਉਸ ਦਿਨ ਤੂੰ ਭੁਲੇਖੇ ਵਿੱਚ ਪਾ ਦਿੱਤਾ, ਪਰ ਮੈਂ ਸਮਝਣਾ ਵਾਂ ਇਸ ਵਿੱਚ ਤੇਰਾ ਕਸੂਰ ਕੋਈ ਨਹੀਂ, ਕਿਉਂਕਿ ਤੂੰ ਉਹਨਾਂ ਨੂੰ ਨੇੜਿਓਂ ਹੋ ਕੇ ਨਹੀਂ ਤੱਕਿਆ। ਤੇਰੀਆਂ ਉਦੋਂ ਦੀਆਂ ਗੱਲਾਂ ਸੁਣ ਕੇ ਮੇਰਾ ਵੀ ਪਹਿਲਾਂ ਕੁਝ ਇਸੇ ਤਰ੍ਹਾਂ ਦਾ ਖਿਆਲ ਹੋ ਗਿਆ ਸੀ, ਪਰ ਦੂਰੋਂ ਵੇਖੇ ਤੇ ਨੇੜਿਓਂ ਵੇਖੇ ਦਾ ਬੜਾ ਫਰਕ ਹੁੰਦਾ ਹੈ। ਮੇਰੀ ਗੱਲ ਦਾ ਯਕੀਨ ਕਰੀ ਸ਼ਿੰਭੂ, ਪੰਡਤ ਜੀ ਬਿਲਕੁਲ ਦੇਵਤਾ ਸਰੂਪ ਨੇ, ਦਿਲ ਦੇ ਇਤਨੇ ਸਾਫ਼ ਜਿੰਨਾ ਗੰਗਾ ਜਲ। ਨਵਲ ਕਿਸ਼ੋਰ ਦਾ ਖਿਆਲ ਸੀ ਕਿ ਉਸਦੀ ਭੂਮਿਕਾ ਸੁਣ ਕੇ ਜ਼ਰੂਰ ਉਸਦਾ ਦੋਸਤ ਕੁਝ ਅਸਰ ਕਬੂਲੇਗਾ, ਪਰ ਸ਼ਿੰਭੂ ਦਾ ਚਿਹਰਾ ਦੱਸ ਰਿਹਾ ਸੀ ਕਿ ਉਸਦੇ ਦਿਲ ਵਿੱਚ ਨਵਲ ਕਿਸ਼ੋਰ ਦੇ ਦਰਸਾਏ ਹੋਏ ਦੇਵਤਾ ਸਰੂਪ ਨੇ ਕਿਹੋ ਜਿਹਾ ਪ੍ਰਤੀਕਰਮ ਪੈਦਾ ਕਰ ਦਿੱਤਾ ਸੀ। ਖੈਰ, ਠੀਕ ਹੋਵੇਗਾ। ਦੋਸਤ ਦੇ ਖਿਆਲਾਂ ਦਾ ਪ੍ਰਗਟ ਤੌਰ ਤੇ ਵਿਰੋਧ ਨਾ ਕਰਦਾ ਹੋਇਆ ਉਹ ਬੋਲਿਆ, ਪਰ ਜਰਾ ਵੇਰਵੇ ਨਾਲ ਸੁਣਾ ਤਾਂ ਸਹੀ ਕਿ ਉਸ ਦੇਵਤਾ ਸਰੂਪ ਨੇ ਤੈਨੂੰ ਕੀ ਕੁਝ ਕਹਿ ਸੁਣਾਇਆ। ਸ਼ਿੰਭੂ ਦੀਆਂ ਗੱਲਾਂ ਵਿੱਚੋਂ ਸਖਤ ਕਿਸਮ ਦੇ ਵਿਅੰਗ ਤੇ ਨਫ਼ਰਤ ਦਾ ਭਾਵ ਅਨੁਭਵ ਕਰਕੇ ਨਵਲ ਕਿਸ਼ੋਰ ਦੇ ਦਿਲ ਨੂੰ ਤਕਲੀਫ ਹੋ ਰਹੀ ਸੀ। ਆਪਣੇ ਦਾਤਾ ਦੀਆਂ ਨਿੰਦਿਆਂ ਉਸ ਕਿਸੇ ਦੇਵੀ ਦੇਵਤੇ ਦੇ ਮੂੰਹੋਂ ਵੀ ਸੁਣਨ ਨੂੰ ਤਿਆਰ ਨਹੀਂ ਸੀ। ਤੂੰ ਤਸੱਬਬ ਤੋਂ ਕੰਮ ਲੈ ਰਿਹਾ ਹੈ ਸ਼ਿੰਭੂ, ਸਖਤ ਕੌੜੀ ਆਵਾਜ਼ ਵਿੱਚ ਉਸ ਕਿਹਾ। ਮੈਂ ਤੈਨੂੰ ਕੀਕਨ ਸਮਝਾਵਾਂ ਕਿ ਪੰਡਤ ਜੀ ਸੱਚਮੁੱਚ ਹੀ ਬਹੁਤ ਉੱਚੀ ਹਸਤੀ ਨੇ। ਉਹ ਤਾਂ ਮੈਂ ਵੇਖ ਹੀ ਰਿਹਾ। ਸ਼ਿੰਭੂ ਫਿਰ ਵੀ ਟਿਚਕਰ ਤੋਂ ਬਾਜ਼ ਨਹੀਂ ਆਇਆ। ਜਿਸ ਨੇ ਮੇਰੇ ਦੋਸਤ ਨੂੰ ਸਿਰਫ ਇੱਕੋ ਹਫ਼ਤੇ ਵਿੱਚ ਐਡੀ ਉੱਚੀ ਹਸਤੀ ਬਣਾ ਦਿੱਤਾ ਹੈ, ਉਹ ਆਪ ਕਿਉਂ ਨਾ ਉੱਚਾ ਹੋਵੇਗਾ? ਤੇ ਸ਼ਿੰਭੂ ਨੇ ਸ਼ਰਾਰਤ ਭਰੀ ਨਜ਼ਰ ਨਾਲ ਉਸਦੇ ਸਿਲਕੀ ਸੂਟ ਵੱਲ ਤੱਕਿਆ। ਨਵਲ ਕਿਸ਼ੋਰ ਨੂੰ ਉਸਦੀ ਇਹ ਟਕੋਰ ਤੀਰ ਬਣ ਕੇ ਵਿੰਨ ਗਈ। ਉਹ ਸਮਝ ਗਿਆ ਕਿ ਸ਼ਿੰਭੂ ਇਸ ਵੇਲੇ ਨਾ ਉਸਦਾ ਦੋਸਤ ਹੈ, ਨਾ ਹੀ ਸ਼ੁਭ ਚਿੰਤਕ, ਸਗੋਂ ਈਰਖਾ ਦੀ ਅੱਗ ਵਿੱਚ ਝੁਲਸਿਆ ਹੋਇਆ ਇੱਕ ਦੋਖੀ ਹੈ। ਸ਼ਿੰਭੂ ਦੇ ਜਵਾਬ ਵਿੱਚ ਉਹ ਕੁਝ ਨਾ ਕੁਝ ਦੱਸਣ ਲਈ ਤਿਆਰ ਹੋਇਆ ਸੀ ਕਿ ਇਸ ਟਕੋਰ ਨੇ ਉਸਨੂੰ ਫਿਰ ਪੱਕਿਆਂ ਕਰ ਦਿੱਤਾ। ਉਹ ਚਿੜ ਕੇ ਬੋਲਿਆ, ਅੱਛਾ ਇਦਾਂ ਹੀ ਹੋਵੇਗਾ, ਪਰ ਜਦ ਤੱਕ ਉਹਨਾਂ ਵੱਲੋਂ ਤੇਰਾ ਦਿਲ ਸਾਫ਼ ਨਹੀਂ ਹੋ ਜਾਂਦਾ ਤਦ ਤੱਕ ਮੇਰੇ ਕੁਝ ਦੱਸਣ ਦਸਾਣ ਦਾ ਕੋਈ ਫਾਇਦਾ ਨਹੀਂ। ਕਹਿੰਦਾ ਉਹ ਪੁਲੀ ਤੋਂ ਉੱਠਣ ਹੀ ਲੱਗਾ ਸੀ ਕਿ ਸ਼ਿੰਭੂ ਨੇ ਬਾਹੋਂ ਫੜ ਕੇ ਉਸਨੂੰ ਫੇਰ ਬਿਠਾ ਲਿਆ। ਇਸ ਤਰ੍ਹਾਂ ਖਹਿੜਾ ਛੁਡਾ ਕੇ ਤੂੰ ਨਹੀਂ ਜਾ ਸਕਦਾ। ਮੈਂ ਅੱਜ ਤੇਥੋਂ ਸਭ ਕੁਝ ਪੁੱਛ ਕੇ ਹੀ ਰਹਿਣਾ ਹੈ। ਸਖਤੀ ਨਾਲ ਬਾਂਹ ਉਸਦੇ ਹੱਥੋਂ ਛੁਡਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਵਲ ਕਿਸ਼ੋਰ ਬੋਲਿਆ, ਮੈਂ ਕੁਝ ਵੀ ਦੱਸਣ ਨੂੰ ਤਿਆਰ ਨਹੀਂ। ਕੋਈ ਰੋਬ ਹੈ ਤੇਰਾ? ਜਾਂ ਜਿਹੜਾ ਜ਼ੋਰ ਲੱਗਦਾ ਹੀ ਲਾ ਲਏ। ਸ਼ਿੰਭੂ ਨੇ ਉਸਦੀ ਬਾਂਹ ਛੱਡ ਦਿੱਤੀ। ਇਸ ਤੋਂ ਪਹਿਲਾਂ ਕਿ ਨਵਲ ਕਿਸ਼ੋਰ ਉੱਥੋਂ ਫੁਰ ਹੋ ਜਾਂਦਾ, ਸ਼ਿੰਭੂ ਨੇ ਝੁੱਕ ਕੇ ਉਸਦੇ ਪੈਰ ਛੂਹ ਲਏ ਤੇ ਡੁਬਡੁਬਾਈਆਂ ਅੱਖਾਂ ਨਾਲ ਉਸ ਵੱਲ ਤੱਕਦਾ ਹੋਇਆ ਬੋਲਿਆ, ਕਿਸ਼ੋਰ, ਮੈਂ ਤੇਰਾ ਦੁਸ਼ਮਣ ਨਹੀਂ। ਮੈਨੂੰ ਸਮਝਣ ਦੀ ਕੋਸ਼ਿਸ਼ ਕਰ। ਚੱਲ, ਜੇ ਮੈਂ ਭੁਲੇਖੇ ਵਿੱਚ ਵੀ ਹਾਂ ਤਾਂ ਘੱਟੋ ਘੱਟ ਮੈਨੂੰ ਰਾਹੇ ਪਾ ਕੇ ਤੇ ਜਾ।
ਇਹ ਵਾਕ ਸ਼ਿੰਬੂ ਨੇ ਕੁਝ ਐਸੇ ਰੌ ਵਿੱਚ ਕਹੇ। ਉਸਦੀ ਨਿਰਦੋਸ਼ ਤੱਕਣੀ ਨੇ ਨਵਲ ਕਿਸ਼ੋਰ ਦੇ ਦਿਲ ਤੇ ਕੁਝ ਇਸ ਤਰ੍ਹਾਂ ਦਾ ਅਸਰ ਕੀਤਾ ਕਿ ਉਸਦੇ ਕਦਮਾਂ ਦੀ ਤੇਜ਼ੀ ਰੁਕ ਗਈ। ਉਹ ਜਿੱਥੋਂ ਉੱਠਿਆ ਸੀ ਉੱਥੇ ਹੀ ਬੈਠ ਗਿਆ। ਬੈਠਣ ਤੋਂ ਬਾਅਦ ਨਵਲ ਕਿਸ਼ੋਰ ਦੀ ਨਜ਼ਰ ਇੱਕ ਵਾਰੀ ਫਿਰ ਦੋਸਤ ਦੀਆਂ ਅੱਖਾਂ ਤੇ ਪਈ, ਜਿਨ੍ਹਾਂ ਵਿੱਚ ਦੋਸਤੀ ਦੇ ਦਾਈਏ ਵਾਲਾ ਸ਼ਿਕਵਾ ਦੋ ਕੁ ਕਤਰੇ ਪਾਣੀ ਬਣ ਕੇ ਚਮਕ ਰਿਹਾ ਸੀ। ਉਸ ਦਾ ਗੁੱਸਾ ਕਿਸੇ ਹੱਦ ਤੱਕ ਦੂਰ ਹੋ ਗਿਆ। ਉਸਨੇ ਪਿਆਰ ਦੇ ਰੰਗ ਵਿੱਚ ਸ਼ਿੰਬੂ ਦਾ ਹੱਥ ਫੜ ਕੇ ਘੁੱਟਿਆ। ਗੁੱਸੇ ਹੋ ਗਿਆ ਏ? ਤੇਰਾ ਦਿਲ ਦੁਖਾਉਣ ਲਈ ਨਹੀਂ ਸੀ ਮੈਂ ਇਹ ਗੱਲ ਆਖੀ। ਤੂੰ ਭਾਵੇਂ ਕਿਸੇ ਵੀ ਖਿਆਲੋਂ ਆਖੀ ਸੀ, ਸ਼ਿੰਬੂ ਬੋਲਿਆ, ਪਰ ਕਿਸ਼ੋਰ ਅੱਜ ਵੀ ਤੂੰ ਮੇਰੇ ਨਾਲ ਸਖਤ ਬੇਇਨਸਾਫੀ ਕੀਤੀ ਹੈ। ਜਿਹੜਾ ਤੂੰ ਇਹ ਖਿਆਲ ਕਰ ਰਿਹਾ ਏ ਕਿ ਤੈਨੂੰ ਇਸ ਸ਼ਾਨਦਾਰ ਪੋਜੀਸ਼ਨ ਵਿੱਚ ਵੇਖ ਕੇ ਮੇਰੇ ਅੰਦਰ ਸਾੜਾ ਪੈਦਾ ਹੋ ਗਿਆ ਹੋਵੇਗਾ। ਸਾੜਾ ਨਹੀਂ ਕਿਸ਼ੋਰ, ਮੈਨੂੰ ਫਿਕਰ ਖਾਈ ਜਾ ਰਿਹਾ ਏ ਕਿ ਤੂੰ ਕਿਹੜੇ ਪਾਸੇ ਮੂੰਹ ਚੁੱਕ ਤੁਰਿਆ ਏ। ਮੈਂ ਉਸ ਦਿਨ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਾਂਗਾ ਜਿਸ ਦਿਨ ਤੈਨੂੰ ਕਿਸੇ ਉੱਚੇ ਮਰਾਤਬੇ ਤੇ ਵੇਖਾਂਗਾ, ਪਰ ਜਿਹੜੇ ਚੱਲ ਇਸ ਵੇਲੇ ਤੂੰ ਫੜ ਲਏ ਨੇ, ਜਿਨ੍ਹਾਂ ਤੋਂ ਤਾਂ ਮੈਨੂੰ ਇਹੋ ਪਿਆ ਦਿਸਦਾ ਏ ਕਿ ਤੂੰ ਅੱਜ ਵੀ ਹੈ ਨਹੀਂ, ਭਲਕੇ ਵੀ ਹੈ ਨਹੀਂ। ਮੈਂ ਕੀ ਕਰਾਂ ਸ਼ਿੰਬੂ? ਦੋਸਤ ਦੀ ਇਸ ਸਿੱਖਿਆ ਤੋਂ ਸ਼ਿੱਥਾ ਪੈ ਕੇ ਨਵਲ ਕਿਸ਼ੋਰ ਬੋਲਿਆ, ਕਹਿੰਦੇ ਨੇ ਵਹਿਮ ਦਾ ਕੋਈ ਦਾਰੂ ਨਹੀਂ ਹੁੰਦਾ। ਵਹਿਮ ਹੀ ਸਹੀ, ਪਰ ਇਸ ਵਹਿਮ ਦਾ ਦਾਰੂ ਜੇ ਹੋਰ ਕਿਸੇ ਕੋਲ ਨਹੀਂ ਤਾਂ ਤੇਰੇ ਕੋਲ ਜ਼ਰੂਰ ਹੈ। ਤੂੰ ਫਿਰ ਕਿਉਂ ਨਹੀਂ ਇਸ ਨੂੰ ਦੂਰ ਕਰ ਦਿੰਦਾ? ਮੈਂ ਕਿਸ ਤਰ੍ਹਾਂ ਦੂਰ ਕਰਾਂ? ਕਿਸ ਤਰ੍ਹਾਂ ਕਰੇ? ਉਸੇ ਤਰ੍ਹਾਂ ਜਿਸ ਤਰ੍ਹਾਂ ਕਰਨਾ ਚਾਹੀਦਾ ਏ। ਕੀਕਨ ਦਿਲ ਆਪਣਾ ਖੋਲ ਕੇ ਰੱਖ ਦੇ ਮੇਰੇ ਅੱਗੇ, ਫਿਰ ਆਪੇ ਵਹਿਮ ਦੂਰ ਹੋ ਜਾਏਗਾ ਜਿਸ ਵਿੱਚ ਹੋਵੇਗਾ। ਪਰ ਲਿਚ ਗੜਚੀਆਂ ਦੀ ਆਦਤ ਮੈਨੂੰ ਚੰਗੀ ਨਹੀਂ ਲੱਗਦੀ ਕਿਸ਼ੋਰ। ਮੈਂ ਜੋ ਕੁਝ ਪੁੱਛਣਾ ਵਾਂ ਉਸ ਦਾ ਜਵਾਬ ਦੇ, ਤੇ ਜੇ ਤੂੰ ਨਹੀਂ ਦੇਣਾ ਚਾਹੁੰਦਾ ਤਾਂ ਦੋਸਤੀ ਦੇ ਜਿਹੜੇ ਕੌਲ ਕਰਾਰ ਮੇਰੇ ਨਾਲ ਤੂੰ ਕੀਤੇ ਹੋਏ ਨੇ ਉਹਨਾਂ ਨੂੰ ਹੁਣੇ ਇਸੇ ਵੇਲੇ ਵਾਪਸ ਲੈ ਲੈ। ਬਸ ਮੁੱਕਦੀ ਗੱਲ ਕਹਿ ਦਿੱਤੀ ਏ ਤੈਨੂੰ। ਅੱਛਾ ਪੁੱਛ, ਦੱਸੇਗਾ ਜੋ ਮੈਂ ਪੁੱਛਾਂਗਾ? ਦੱਸਾਂਗਾ। ਦਿਲ ਨੂੰ ਟੋਹ ਟਾ ਕੇ ਵੇਖ ਲੈ, ਪਹਿਲਾਂ ਗੁੱਸਾ ਨਾ ਕਰੀ। ਮੈਂ ਫਿਰ ਇੱਕ ਸਖਤ ਗੱਲ ਕਹਿਣ ਲੱਗਾ ਤੈਨੂੰ ਕਿ ਤੂੰ ਬੜੇ ਪੱਕੇ ਮੁਰਸ਼ਦ ਦਾ ਪੜ੍ਹਿਆ ਹੋਇਆ ਏ। ਇੱਕ ਵਾਰੀ ਫਿਰ ਨਵਲ ਕਿਸ਼ੋਰ ਤਲਮਲਾ ਉੱਠਿਆ, ਪਰ ਅੱਗੇ ਵਾਂਗ ਉਸ ਨੂੰ ਪ੍ਰਗਟ ਨਹੀਂ ਕਰ ਸਕਿਆ ਤੇ ਇਸ ਨੂੰ ਦਿਲ ਦੀ ਹੇਠਲੀ ਤਹਿ ਵਿੱਚ ਦਬਾਉਂਦਾ ਹੋਇਆ ਬੋਲਿਆ, ਅੱਛਾ ਪੁੱਛ ਲੈ ਤੂੰ ਜੋ ਕੁਝ ਪੁੱਛਣਾ ਈ। ਉਸ ਸ਼ਾਮੀ ਤੂੰ ਕਿਹਾ ਸੀ ਨਾ ਕਿ ਸਵੇਰੇ ਮੈਂ ਪੰਡਤ ਵੱਲ ਜਾਵਾਂਗਾ। ਕਿਹਾ ਸੀ? ਫਿਰ ਗਿਆ ਸੀ ਉਸ ਵੱਲ? ਗਿਆ ਸਾਂ, ਪਰ ਸ਼ਿੰਬੂ ਪਹਿਲਾਂ ਮੇਰੀ ਇੱਕ ਗੱਲ ਸੁਣ ਲੈ। ਉਹਨਾਂ ਦੀ ਮੇਰੇ ਦਿਲ ਵਿੱਚ ਬੜੀ ਇੱਜ਼ਤ ਹੈ, ਇਸ ਲਈ ਮੈਂ ਤੈਨੂੰ ਦੋਸਤੀ ਦਾ ਵਾਸਤਾ ਪਾ ਕੇ ਕਹਿਣਾ ਹੈ ਕਿ ਜਦੋਂ ਵੀ ਉਹਨਾਂ ਦਾ ਜ਼ਿਕਰ ਆਵੇ ਤੇਰੇ ਮੂੰਹੋਂ ਉਹਨਾਂ ਦਾ ਨਾਂ ਅਦਬ ਨਾਲ ਨਿਕਲਣਾ ਚਾਹੀਦਾ ਏ। ਬਹੁਤ ਅੱਛਾ, ਪਿਛਲੀ ਗੱਲ ਦੀ ਮੁਆਫੀ ਦੇ। ਹਾਂ, ਮੈਂ ਪੁੱਛਿਆ ਤੂੰ ਉਹਨਾਂ ਦੇ ਮਕਾਨ ਤੇ ਗਿਆ ਸੈਂ? ਗਿਆ ਸਾਂ। ਫਿਰ ਉਹਨਾਂ ਨਾਲ ਤੇਰੀਆਂ ਕੀ ਗੱਲਾਂ ਹੋਈਆਂ? ਗੱਲਾਂ ਕੋਈ ਖਾਸ ਨਹੀਂ ਸਨ ਹੋਈਆਂ, ਐਵੇਂ ਹੀ। ਵੇਖ ਕਿਸ਼ੋਰ, ਦਬਕੇ ਨਾਲ ਉਸਦੀ ਗੱਲ ਟੋਕ ਕੇ ਸ਼ਿੰਬੂ ਬੋਲਿਆ, ਤੇਰੀ ਚਲਾਕੀ ਕੋਈ ਨਹੀਂ ਉਹ ਚੱਲਣੀ ਮੇਰੇ ਅੱਗੇ। ਜੇ ਦੱਸਣਾ ਹੈ ਤਾਂ ਸਾਫ਼-ਸਾਫ਼ ਦੱਸ, ਨਹੀਂ ਤਾਂ ਚੁੱਪ ਕਰਕੇ ਤੂੰ ਆਪਣੇ ਘਰ ਵੱਲ ਤੁਰ ਜਾ ਤੇ ਮੈਂ ਆਪਣੇ ਵੱਲ। ਨਵਲ ਕਿਸ਼ੋਰ ਸੋਚੀ ਪੈ ਗਿਆ। ਸੋਚਾਂ ਵਿੱਚ ਨਾ ਪਾਓ, ਬੇਸ਼ੱਕ ਮੈਨੂੰ ਸਭੇ ਕੁਝ ਦੱਸ ਦੇ ਤੇ ਇਸ ਗੱਲ ਦਾ ਯਕੀਨ ਰੱਖ ਕਿ ਮੇਰੇ ਵੱਲੋਂ ਭਲਾਈ ਛੱਡ ਕੇ ਤੇਰੀ ਬੁਰਾਈ ਕਦੀ ਨਹੀਂ ਹੋਵੇਗੀ। ਮੈਂ ਠੀਕ ਕਹਿਣਾ ਸ਼ਿੰਬੂ? ਉਸੇ ਹਠੀ ਜਿਹੇ ਲਹਿਜੇ ਵਿੱਚ ਬੋਲਿਆ, ਬਿਲਕੁਲ ਕੋਈ ਖਾਸ ਗੱਲ ਨਹੀਂ ਸੀ ਹੋਈ। ਖਾਸ ਨਾ ਸਹੀ, ਪਰ ਜਿਹੜੀ ਆਮ ਗੱਲਬਾਤ ਹੋਈ ਸੀ ਕਿ ਉਹ ਵੀ ਦੱਸਣ ਵਾਲੀ ਨਹੀਂ। ਦੱਸਣ ਵਾਲੀ ਕੋਈ ਗੱਲ ਹੋਈਓ ਨਹੀਂ ਸੀ ਸ਼ਿੰਬੂ, ਤੂੰ ਸੱਚ ਮੰਨ। ਤੇ ਜਿਹੜੇ ਤੂੰ ਉਸ ਪਾਸੋਂ 100 ਦੇ 5 ਨੋਟ ਲਿਆਂਦੇ ਸਨ, ਇਹ ਵੀ ਗੱਲ ਦੱਸਣ ਵਾਲੀ ਨਹੀਂ। ਨਵਲ ਕਿਸ਼ੋਰ ਨੂੰ ਕਾਠ ਮਾਰ ਗਿਆ, ਪਰ ਗੱਲਬਾਤ ਦਾ ਸਿਲਸਿਲਾ ਹੁਣ ਜਿਸ ਟਿਕਾਣੇ ਪਹੁੰਚ ਚੁੱਕਾ ਸੀ ਉੱਥੇ ਬਿਨਾਂ ਸੱਚੋ ਸੱਚ ਦੱਸਣ ਤੋਂ ਉਸ ਲਈ ਛੁਟਕਾਰੇ ਦਾ ਕੋਈ ਰਾਹ ਨਹੀਂ ਸੀ। ਭਾਵੇਂ ਕਿ ਆਪਣੇ ਮੁਰਸ਼ਦ ਵੱਲੋਂ ਲਾਈਆਂ ਹੋਈਆਂ ਪਾਬੰਦੀਆਂ ਵੀ ਉਸਨੂੰ ਭੁੱਲੀਆਂ ਨਹੀਂ ਸਨ, ਸ਼ੇਕੜ ਉਸਨੇ ਦਿਲ ਪੱਕਾ ਕਰਕੇ ਤੇ ਸੋਚ ਕੇ ਕਿ ਜੋ ਹੋਵੇਗਾ ਦੇਖਿਆ ਜਾਵੇਗਾ, ਸ਼ਿੰਬੂ ਨੂੰ ਸਾਰਾ ਬਿਰਤਾਂਤ ਮੁੱਢ ਤੋਂ ਅਖੀਰ ਤੱਕ ਸੁਣਾ ਦਿੱਤਾ, ਜਿਸ ਨੂੰ ਸੁਣਦਿਆਂ ਸ਼ਿੰਬੂ ਦਾ ਸਿਰ ਚਕਰਾ ਉੱਠਿਆ। ਉਸਨੂੰ ਜੇ ਨਵਲ ਕਿਸ਼ੋਰ ਦੇ ਮੂਰਖਪੁਣੇ ਉੱਤੇ ਜਰਾ ਮਾਸਾ ਸ਼ੱਕ ਸੀ ਤਾਂ ਹੁਣ ਉਹ ਵੀ ਨਿਕਲ ਗਿਆ। ਉਸਨੂੰ 16 ਆਨੇ ਵਿਸ਼ਵਾਸ ਹੋ ਗਿਆ ਕਿ ਇਹ ਨੌਜਵਾਨ ਬਹੁਤ ਸੰਘਣੇ ਜਾਲ ਵਿੱਚ ਫਸਾਇਆ ਜਾ ਚੁੱਕਾ ਹੈ। ਨਵਲ ਕਿਸ਼ੋਰ ਜਦ ਸਾਰਾ ਕੁਝ ਸੁਣਾ ਚੁੱਕਾ ਤੇ ਨਾਲੋਂ ਨਾਲ ਆਪਣੇ ਦਿਆਲੂ ਪੰਡਤ ਜੀ ਦੀਆਂ ਮਿਹਰਬਾਨੀਆਂ ਦੀ ਲੋੜ ਤੋਂ ਕਿਤੇ ਵਧੇਕ ਵਿਆਖਿਆਵਾਂ ਕਰ ਚੁੱਕਾ ਤਾਂ ਉਸਦਾ ਵੀ ਦਿਮਾਗ ਚਕਰਾਉਣ ਲੱਗ ਪਿਆ। ਆਪਣੇ ਧਰਮ ਪਿਤਾ ਨਾਲ ਕੀਤੇ ਗਏ ਵਿਸ਼ਵਾਸਘਾਤ ਦੇ ਡਰ ਨੇ ਉਸਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਉਹ ਤਾਂ ਪੂਰੀ ਦ੍ਰਿੜਤਾ ਨਾਲ ਉਸ ਪਾਸ ਇਕਰਾਰ ਕਰਕੇ ਆਇਆ ਸੀ ਕਿ ਇਸ ਭੇਤ ਨੂੰ ਕਿਸੇ ਪਾਸ ਵੀ ਨਹੀਂ ਖੋਲੇਗਾ, ਭਾਵੇਂ ਬ੍ਰਹਮਾ ਵਿਸ਼ਨੂੰ ਵੀ ਚੱਲ ਕੇ ਆ ਜਾਵੇ। ਸ਼ਿੰਬੂ ਡੂੰਗੀ ਸੋਚ ਵਿੱਚ ਡੁੱਬਿਆ ਰਿਹਾ, ਜਿਸ ਨੂੰ ਘਬਰਾਹਟ ਭਰੀ ਕਾਹਲੀ ਨਾਲ ਨਵਲ ਕਿਸ਼ੋਰ ਤੱਕਦਾ ਰਿਹਾ। ਅਖੀਰ ਉਸਨੇ ਪੁੱਛਿਆ, ਕਿਉਂ, ਕੀ ਸੋਚ ਰਿਹਾ ਏ? ਆਪਣੀ ਲੱਤ ਨੂੰ ਸੱਜੇ ਹਾਥੀ ਮੁੱਕੀ ਨਾਲ ਹੌਲੀ-ਹੌਲੀ ਠਕੋਰਦਾ ਹੋਇਆ ਸ਼ਿੰਬੂ ਬੋਲਿਆ, ਸੋਚਦਾ ਇਹੋ ਪਿਆ ਵਾਂ, ਇਹ ਖੋਤਾ ਲੂੰਬੜ ਦੀ ਚਾਲ ਵਿੱਚ ਫਸ ਗਿਆ, ਇਸ ਦਾ ਕੀ ਬਣੇਗਾ? ਵੇਖ ਸ਼ਿੰਬੂ, ਫਿਰ ਨਵਲ ਕਿਸ਼ੋਰ ਗੁੱਸੇ ਨਾਲ ਕੜਕਿਆ,
ਤੈਨੂੰ ਮੈਂ ਅੱਗੇ ਵੀ ਸਮਝਾ ਚੁੱਕਾ ਹੈ ਕਿ ਮੈਨੂੰ ਤੇਰਾ ਜੋ ਜੀ ਕਰੇ ਆਖ ਲੈ, ਪਰ ਉਹਨਾਂ ਦੀ ਸ਼ਾਨ ਵਿੱਚ ਕੋਈ ਮਾੜਾ ਲਫ਼ਜ਼ ਮੂੰਹੋਂ ਨਾ ਕੱਢੀ। ਇੰਨਾ ਤਾਂ ਸੋਚ ਕਿ ਜਿਹੜਾ ਸ਼ਖਸ ਆਪਣੇ ਹੱਥੀਂ ਸਭ ਕੁਝ ਮੈਨੂੰ ਸੌਂਪ ਰਿਹਾ ਹੈ, ਇੱਥੋਂ ਤੱਕ ਕਿ ਚੈੱਕ ਬੁੱਕ। ਗੱਲ ਟੋਕ ਕੇ ਸ਼ੰਭੂ ਬੋਲਿਆ, ਉਹ ਅੰਨੇ ਅਕਲ ਦਿਆ, ਚੈੱਕ ਬੁੱਕ ਤੇ ਪਾਸਬੁੱਕ ਜਿਨ੍ਹਾਂ ਉੱਤੇ ਤੂੰ ਇੰਨਾ ਭੁੜਕ ਰਿਹਾ ਹੈ, ਇਹ ਤਾਂ ਸਭ ਤੋਂ ਵਧੀਆ ਚੋਗਾ ਸੀ ਜਿਹੜਾ ਉਸਨੇ ਤੇਰੇ ਵਰਗੇ ਭੋਲੇ ਪੰਛੀ ਨੂੰ ਫਸਾਉਣ ਲਈ ਸੁੱਟਿਆ ਸੀ। ਪਰ ਮੈਂ ਪੁੱਛਣਾ, ਉਸ ਚੈੱਕ ਬੁੱਕ ਤੇ ਪਾਸਬੁੱਕ ਵਿੱਚ ਹੈ ਕੀ ਸੀ? ਇਹੋ ਜਿਹੀਆਂ ਚੈੱਕ ਬੁੱਕਾਂ ਤੇ ਪਾਸਬੁੱਕਾਂ ਦਾ ਜੇ ਥੱਬਾ ਵੀ ਤੈਨੂੰ ਕੋਈ ਦੇ ਦੇਵੇ ਤਾਂ ਮੈਨੂੰ ਦੱਸ ਤੇਰੇ ਕਿਸ ਕੰਮ। ਗੱਲ ਤੇਰੀ ਮੈਂ ਤਾਂ ਮੰਨਾਂ ਜੇ ਉਸ ਦਾ ਇੱਕ ਅੱਧ ਚੈੱਕ ਕੈਸ਼ ਕਰਾਉਣ ਦਾ ਵੀ ਤੈਨੂੰ ਅਖਤਿਆਰ ਹੋਵੇ। ਕਿਸ਼ੋਰ ਠੰਡੇ ਦਿਲ ਨਾਲ ਸੋਚ, ਇਹ ਸਾਰੀ ਪੱਤੇਬਾਜ਼ੀ ਏ, ਇਹ ਚਾਲ ਸਿਰਫ ਤੈਨੂੰ ਮੁੱਠੀ ਵਿੱਚ ਰੱਖਣ ਲਈ ਚੱਲੀ ਗਈ ਏ। ਅੱਛਾ ਹੋਰ ਗੱਲ ਕਰ, ਚੱਲ ਮੈਂ ਤੇਰੀਆਂ ਸਾਰੀਆਂ ਗੱਲਾਂ ਦਾ ਯਕੀਨ ਕਰ ਲਵਾਂਗਾ। ਤੂੰ ਕਿਹਾ ਹੈ ਨਾ ਕਿ ਉਸਦਾ ਬੈਂਕ ਵਿੱਚ 30-40 ਹਜ਼ਾਰ ਜਮ੍ਹਾਂ ਏ ਤੇ ਉਹ ਸਾਰਾ ਤੈਨੂੰ ਦੇਣ ਨੂੰ ਤਿਆਰ ਹੈ। ਸਾਰੇ ਨੂੰ ਮਾਰ ਗੋਲੀ, ਤੂੰ ਸਿਰਫ 1000 ਲਿਆ ਕੇ ਦੱਸ। ਚੱਲ 500 ਹੀ ਸਹੀ। ਭੋਲਿਆ, ਉਸਨੇ ਆਪਣਾ ਕਾਰਜ ਸਿੱਧ ਕਰਨ ਲਈ ਜੇ ਇੱਕ ਵਾਰੀ ਤੈਨੂੰ 500-600 ਦੇ ਦਿੱਤਾ ਤਾਂ ਤੂੰ ਸਮਝ ਬੈਠੋ ਕਿ ਉਹ ਥੈਲੀਆਂ ਦੇ ਮੂੰਹ ਤੇਰੇ ਲਈ ਖੋਲ ਦੇਵੇਗਾ। ਅਵਲ ਤਾਂ ਮੈਂ ਸਮਝਣਾ ਇੰਨਾ ਰੁਪਈਆ ਉਸਦੇ ਬੈਂਕ ਵਿੱਚ ਹੈ ਹੀ ਕੋਈ ਨਹੀਂ। ਇਹ ਉਸਨੇ ਤੈਨੂੰ ਵਿਖਾਉਣ ਲਈ ਸਾਰੀ ਗੱਲ ਟੋਕ ਕੇ ਨਵਲ ਕਿਸ਼ੋਰ ਬੋਲਿਆ, ਤੂੰ ਕੀ ਗੱਲ ਕਰਨਾ ਹੈ ਸ਼ੰਭੂ? ਮੈਂ ਆਪਣੀ ਅੱਖਾਂ ਨਾਲ ਪਾਸਬੁੱਕ ਵਿੱਚ 40-45 ਹਜ਼ਾਰ। ਉਸ ਦੀ ਮੂਰਖਤਾ ਉੱਤੇ ਹੱਸਦਿਆਂ ਹੋਇਆਂ ਸ਼ੰਭੂ ਨੇ ਟੋਕਿਆ, ਓਏ ਟੱਗਿਆ, ਇਹ 420 ਸਾਰੀ ਪਾਸਬੁੱਕ ਦਾ ਕੀ ਹੈ? ਮੈਂ ਕਲਮ ਦੇ ਇੱਕੋ ਟੋਬੇ ਨਾਲ ਤੈਨੂੰ 10-20 ਲੱਖ ਜਾਂ 10-20 ਕਰੋੜ ਆਪਣੇ ਜਮ੍ਹਾਂ ਦੇ ਖਾਨੇ ਵਿੱਚ ਲਿਖ ਕੇ ਦੱਸ ਸਕਣਾ ਵਾਂ। ਤੈਨੂੰ ਕੀ ਪਤਾ ਲੱਗੇਗਾ ਕਿ ਮੇਰੇ ਹੱਥਾਂ ਦਾ ਲਿਖਿਆ ਹੋਇਆ ਕਿ ਬੈਂਕ ਵਾਲਿਆਂ ਦਾ? ਸ਼ੰਭੂ ਦਾ ਖਿਆਲ ਸੀ ਕਿ ਆਪਣੇ ਦਾਤੇ ਉੱਤੇ ਇੰਨੀ ਸਖਤ ਆਲੋਚਨਾ ਸੁਣ ਕੇ ਨਵਲ ਕਿਸ਼ੋਰ ਜ਼ਰੂਰ ਭੱਠੀ ਵਿੱਚ ਪਏ ਜਵਾਰ ਦੇ ਦਾਣੇ ਵਾਂਗ ਭੁੜਕ ਉੱਠੇਗਾ, ਪਰ ਉਸਨੂੰ ਹੈਰਾਨੀ ਹੋਈ ਜਦ ਨਵਲ ਕਿਸ਼ੋਰ ਨੇ ਬੁੱਲ ਤੋਂ ਬੁੱਲ ਨਾ ਚੁੱਕਿਆ। ਕਿਉਂ, ਕੀ ਸੋਚ ਰਿਹਾ ਏ? ਸ਼ੰਭੂ ਨੇ ਚੋਟ ਚਲਾਈ। ਮੇਰੀਆਂ ਗੱਲਾਂ ਦਾ ਗੁੱਸਾ ਲੱਗਾ ਈ? ਸੱਜਣਾ, ਗੁੱਸਾ ਕਰ, ਭਾਵੇਂ ਡਾਂਗ ਚੁੱਕ ਲੈ ਮੇਰੇ ਉੱਤੇ, ਪਰ ਮੇਰਾ ਕੌੜਾ ਸੱਚ ਸੁਣ ਲੈ ਇੱਕ ਵਾਰੀ ਤੇ ਯਾਦ ਰੱਖੀ, ਉਸ ਪਾਸੋਂ ਤੈਨੂੰ ਕੱਚੀ ਕੌਡੀ ਵੀ ਹੋਰ ਨਹੀਂ ਉਹ ਮਿਲਣੀ। ਸਗੋਂ ਜੋ ਕੁਝ ਲੈ ਚੁੱਕਾ ਇਸ ਨੂੰ ਪਛਾਣ ਲਈ ਵੀ ਕੋਈ ਵਧੀਆ ਚੂਰਨ ਲੱਭਣਾ ਪਵੇਗਾ ਤੈਨੂੰ। ਕੀ ਕਿਹਾ ਈ? ਨਵਲ ਕਿਸ਼ੋਰ ਆਪਣੇ ਢਹਿੰਦੇ ਦਿਲ ਨੂੰ ਥੰਮਦਾ ਹੋਇਆ ਬੋਲਿਆ, ਕੱਚੀ ਕੌੜੀ ਵੀ ਨਹੀਂ ਮਿਲਣੀ ਮੈਨੂੰ? ਨਾ, ਮੈਂ ਦਾਅਵੇ ਨਾਲ ਕਹਿ ਸਕਣਾ ਵਾਂ। ਤੇ ਤੇਰੇ ਇਸ ਦਾਅਵੇ ਦਾ ਸਬੂਤ ਵੀ ਦੇਣਾ ਪਵੇਗਾ? ਜ਼ਰੂਰੀ ਗੱਲ ਹੈ ਤਾਂ ਆ ਲੈ। ਕਹਿੰਦਿਆਂ ਸ਼ਿੱਬੂ ਨੇ ਜੇਬ ਵਿੱਚੋਂ ਹੀ ਕਾਗਜ਼ ਦਾ ਪੁਰਜਾ ਕੱਢ ਕੇ ਉਸਦੇ ਸਾਹਮਣੇ ਫੈਲਾਉਂਦਿਆਂ ਕਿਹਾ, ਮੇਰਾ ਦਿਲ ਕਹਿੰਦਾ ਹੈ ਲਿਖਤ ਉਸੇ ਦੀ ਹੈ। ਨਵਲ ਕਿਸ਼ੋਰ ਨੂੰ ਪੜ੍ਹਨ ਦੀ ਲੋੜ ਨਹੀਂ ਪਈ ਕਿਉਂਕਿ ਇਹ ਕਾਗਜ਼ ਉਸਦਾ ਪਛਾਤਾ ਹੋਇਆ ਸੀ। ਪਰ ਇਹ ਤੈਨੂੰ ਕਿੱਥੋਂ ਲੱਭਾ? ਉਸ ਸਵਾਲ ਕੀਤਾ। ਇਹ ਤਾਂ ਮੇਰੀ ਜੇਬ ਵਿੱਚ ਸੀ। ਤੇਰੀ ਹੀ ਜੇਬ ਚੋਂ ਡਿੱਗਾ ਸੀ ਤੇ ਚਾਚੀ ਨੇ ਕੰਨੀ ਪੱਲੇ ਬੰਨ ਛੱਡਿਆ। ਕੀ ਤੂੰ ਦੱਸ ਸਕਣਾ ਇਹ ਕਿਸ ਦੇ ਹੱਥ ਦਾ ਏ? ਤੇਰਾ ਖਿਆਲ ਇਥੋਂ ਤੱਕ ਤਾਂ ਠੀਕ ਹੈ ਸ਼ੰਭੂ ਕਿ ਇਹ ਪੰਡਤ ਹੋਰਾਂ ਦੇ ਹੱਥ ਦਾ ਏ। ਸ਼ੰਭੂ ਨੇ ਪੁੱਛਿਆ, ਤੈਨੂੰ ਇਹ ਕਿੱਥੋਂ ਲੱਭਾ? ਮੈਨੂੰ ਪੰਡਤ ਹੋਰਾਂ ਦੇ ਕਮਰੇ ਚੋਂ ਲੱਭਾ ਸੀ। ਇਸ ਨੂੰ ਪਹਿਲਾਂ ਤਾਂ ਮੈਂ ਇਸੇ ਮਤਲਬ ਲਈ ਸੋਫੇ ਤੋਂ ਚੁੱਕ ਕੇ ਜੇਬ ਵਿੱਚ ਪਾ ਲਿਆ ਸੀ ਕਿ ਜੇ ਮੇਰੇ ਨਾਲ ਕੋਈ ਚਲਾਕੀ ਖੇਡੀ ਗਈ ਤਾਂ ਇਹ ਮੇਰੇ ਕੰਮ ਆ ਸਕੇਗਾ। ਪਰ ਮਗਰੋਂ ਜਦ ਮੇਰਾ ਪੰਡਤ ਹੋਰਾਂ ਉੱਤੇ ਪੂਰਾ ਯਕੀਨ ਬੱਝ ਗਿਆ ਤਾਂ ਇਹ ਮੈਨੂੰ ਬੇਲੋੜਾ ਜਾਪਿਆ। ਫਿਰ ਵੀ ਕਿਸ਼ੋਰ, ਮੈਂ ਕਹਾਂਗਾ ਕਿ ਇਹੋ ਇੱਕ ਕੰਮ ਤੂੰ ਇਸ ਸਾਰੇ ਮਾਮਲੇ ਵਿੱਚ ਅਕਲਮੰਦੀ ਦਾ ਕੀਤਾ ਏ। ਇਸ ਮਜ਼ਮੂਨ ਨੂੰ ਤੂੰ ਪੜ੍ਹਿਆ ਤਾਂ ਜ਼ਰੂਰ ਹੋਵੇਗਾ। ਪੜ੍ਹਿਆ ਸੀ ਤੇ ਪੜ੍ਹ ਕੇ ਇਸ ਦਾ ਮਤਲਬ ਵੀ ਸਮਝਣ ਦੀ ਕੋਸ਼ਿਸ਼ ਕੀਤੀ ਤੂੰ? ਨਹੀਂ, ਇਸ ਦੀ ਮੈਨੂੰ ਲੋੜ ਹੀ ਨਹੀਂ ਸੀ ਰਹੀ। ਤਾਂ ਸੁਣ, ਮੈਂ ਤੈਨੂੰ ਸਮਝਾਵਾਂ। ਇਸ ਕਾਗਜ਼ ਉੱਤੇ ਤੇਰੇ ਪੰਡਤ ਹੋਰਾਂ ਨੇ ਸਾਰਾ ਵੇਰਵਾ ਲਿਖਿਆ ਹੈ ਕਿ ਇਸ ਅਲਾਟਮੈਂਟ ਵਿੱਚ ਉਹਨਾਂ ਨੇ ਕਿੰਨਾ ਖੱਟਿਆ ਤੇ ਕੀ ਕੁਝ ਖਰਚ ਕੀਤਾ। ਜਿਹੜਾ 600 ਉਹਨਾਂ ਤੈਨੂੰ ਦਿੱਤਾ ਸੀ ਉਹ ਇਸ ਵਿੱਚ ਦਰਜ ਹੈ ਕਿ ਨਹੀਂ? ਹੈ, ਨਵਲ ਕਿਸ਼ੋਰ ਨੇ ਪੁਸ਼ਟੀ ਕੀਤੀ। ਤੇ ਇਹ ਜਿਹੜਾ 600 ਰੁਪਈਆ ਇੱਕ ਸਾਲ ਦੀ ਤਨਖਾਹ ਦਾ ਲਿਖਿਆ ਹੋਇਆ, ਇਸ ਦਾ ਮਤਲਬ ਵੀ ਸਮਝਿਆ ਹੀ ਨਹੀਂ? ਬੁੱਧੂ ਏ ਨਿਰਾਪੁਰਾ। ਇਹਦਾ ਮਤਲਬ ਸਾਫ਼ ਹੈ ਕਿ ਉਹ ਤੈਨੂੰ ਵੱਧ ਤੋਂ ਵੱਧ 1 ਸਾਲ ਇਹ ਵਾਧੂ ਤਨਖਾਹ ਦੇਵੇਗਾ ਜਿਸ ਨੂੰ ਤਰੱਕੀ ਕੂਕਦਾ ਫਿਰਨਾ ਏ ਤੂੰ। ਤੇ ਉਸ ਤੋਂ ਬਾਅਦ ਦੀ ਗੱਲ ਨਾ ਪੁੱਛ ਮੈਥੋਂ। ਕਿਉਂ? ਕਿਉਂਕਿ ਉਸ ਦਾ ਖਿਆਲ ਕਰਕੇ ਮੇਰਾ ਦਿਲ ਕੰਬ ਉੱਠਦਾ ਏ। ਕੀ ਮਤਲਬ? ਮਤਲਬ ਸੁਣ ਲੈ ਕੰਨ ਖੋਲ ਕੇ। ਸਾਲ ਦੇ ਅੰਦਰ ਹੀ ਉਹ ਤੇਰਾ ਕੋਗਾ ਚਿੱਤ ਕਰ ਛੱਡੇਗਾ ਕਿਸੇ ਨਾ ਕਿਸੇ ਢੰਗ ਨਾਲ। ਕੀ ਮਤਲਬ ਦੀ ਮੁਹਾਰਨੀ ਨਾ ਰਟੀ ਜਾ ਉੱਲੂਆ। ਜਰਾ ਦਿਮਾਗ ਲੜਾ ਕੇ ਸੋਚ। ਇਹ ਜਿਹੜੇ ਤੇਰੇ ਮੁਤਬੰਨਾ ਬਣਾਉਣ ਦੇ ਝਾਂਸੇ ਦਿੱਤੇ ਜਾ ਰਹੇ ਨੇ ਤੇ ਤੇਰੇ ਅੱਗੇ ਚੈੱਕ ਬੁੱਕਾਂ ਤੇ ਪਾਸਬੁੱਕਾਂ ਕੱਢ ਕੇ ਸੁੱਟੀਆਂ ਜਾ ਰਹੀਆਂ ਨੇ, ਇਹ ਤਦ ਤੱਕ ਹੀ ਨੇ ਜਦ ਤੱਕ ਪ੍ਰੈਸ ਦੇ ਮਕਾਨ ਦੀ ਗਰਾਹੀ ਪੂਰੀ ਤਰ੍ਹਾਂ ਹਜਮ ਨਹੀਂ ਹੋ ਜਾਂਦੀ। ਜੇ ਤੂੰ ਬੇਖਰੀਦ ਗੁਲਾਮ ਬਣ ਕੇ ਉਸ ਦੇ ਥੱਲੇ ਲੱਗਾ ਰਹੋ ਤਾਂ ਫਿਰ
4 ਦਿਨ ਜਿਉਂਦਾ ਰਹਿ ਸਕੇਗਾ, ਪਰ ਜੇ ਉਸਨੂੰ ਜਰਾ ਵੀ ਤੇਰੇ ਉੱਤੇ ਸ਼ੱਕ ਪੈ ਗਿਆ ਤਾਂ ਉਹ ਤੈਨੂੰ ਐਸੇ ਟਿਕਾਣੇ ਲਾ ਦੇਵੇਗਾ ਕਿ ਤੇਰਾ ਮੁਸ਼ਕ ਵੀ ਨਹੀਂ ਲੱਭਣਾ। ਇਸ ਵੇਲੇ ਤੂੰ ਉਸਦੇ ਹੱਥ ਵਿੱਚ ਸੁਥਰੇ ਦੇ ਬਟੇਰੇ ਵਾਂਗ ਹੈ, ਸਮਝਿਆ ਈ? ਨਵਲ ਕਿਸ਼ੋਰ ਦਾ ਸਾਹ ਰੁਕਣ ਲੱਗ ਪਿਆ। ਖੂਬ ਠੋਕ ਵਜਾ ਲੈ, ਸ਼ੰਭੂ ਬੋਲਿਆ। ਤੇਰੇ ਲਈ ਉਸਨੂੰ ਅਜਮਾਨ ਦਾ ਸਭ ਤੋਂ ਚੰਗਾ ਤਰੀਕਾ ਇਹੋ ਹੈ ਜਿਹੜਾ ਮੈਂ ਤੈਨੂੰ ਦੱਸਿਆ ਏ। ਤੂੰ ਭਲਕੇ ਚਲਾ ਜਾਈਂ ਉਸ ਕੋਲ ਤੇ 1000-2000 ਮੰਗੀ ਉਸ ਕੋਲੋਂ, ਵੇਖਾਂ ਕਹਿੰਦਾ ਕੀ ਏ ਤੈਨੂੰ। ਪਰ ਇਹ ਤਾਂ ਮੈਂ ਕਰ ਚੁੱਕਾ ਵਾਂ, ਨਵਲ ਕਿਸ਼ੋਰ ਨੇ ਉਂਦੀ ਪਾਈ ਕਿਹਾ। ਕਰ ਚੁੱਕਾ ਵੇਂ? ਸ਼ੰਭੂ ਨੇ ਪੁੱਛਿਆ। ਕਿਵੇਂ? ਨਵਲ ਕਿਸ਼ੋਰ ਨੇ ਸ਼ਰਮਿੰਦਗੀ ਦੀ ਖੁੱਬਣ ਵਿੱਚ ਖੁੱਬਿਆ ਕਿਹਾ। ਤੈਨੂੰ ਮਾਂ ਨੇ ਦੱਸਿਆ ਹੋਵੇਗਾ ਕਿ 500 ਵਿੱਚੋਂ 125 ਉਸਨੇ ਕਿਸੇ ਜਨਾਨੀ ਨੂੰ ਦੇ ਕੇ ਕਰਜ਼ਾ ਲਾ ਦਿੱਤਾ ਸੀ। ਹਾਂ, ਸ਼ੰਭੂ ਬੋਲਿਆ। ਦੱਸਿਆ ਸੀ, ਨਾਲੇ ਉਸ ਇਹ ਵੀ ਦੱਸਿਆ ਸੀ ਕਿ ਬਾਕੀ ਰੁਪਏ ਤੂੰ ਹੌਲੀ-ਹੌਲੀ ਕਰਕੇ ਸਾਰੇ ਹੀ ਲੈ ਗਿਆ ਸੈਂ। ਨਵਲ ਕਿਸ਼ੋਰ ਕਹਿਣ ਲੱਗਾ, ਮੇਰਾ ਖਿਆਲ ਸੀ ਹੁਣ ਰੁਪਈਆਂ ਦੀ ਕੀ ਪਰਵਾਹ ਏ, ਜਦੋਂ ਲੋੜ ਪਵੇਗੀ ਹੋਰ ਲੈ ਲਵਾਂਗਾ। ਇਸੇ ਕਰਕੇ ਮੈਂ ਕੁਝ ਕੱਪੜੇ ਸਵਾ ਲਏ, 115 ਦੀ ਘੜੀ ਲੈ ਲਈ ਤੇ ਬਾਕੀ ਇੱਧਰ ਉੱਧਰ ਖਰਚ ਹੋ ਗਏ। ਫਿਰ ਪਰਸੋਂ ਦੀ ਗੱਲ ਹੈ, ਮੈਂ ਸੋਚਿਆ ਚੱਲਾਂ ਪੰਡਤ ਹੋਰਾਂ ਪਾਸੋਂ 2-400 ਹੋਰ ਲੈ ਆਵਾਂ। ਫਿਰ ਉਹਨਾਂ ਦਿੱਤੇ ਤੈਨੂੰ? ਨਹੀਂ। ਕੀ ਕਿਹਾ? ਕਹਿਣ ਲੱਗੇ ਬੈਂਕ ਵਿੱਚ ਜਿਹੜੇ ਜਮ੍ਹਾਂ ਨੇ ਉਹ ਮਿਆਦੀ ਨੇ, ਮਹੀਨੇ ਤੋਂ ਪਹਿਲਾਂ ਕਢਾਏ ਨਹੀਂ ਜਾ ਸਕਦੇ, ਨਾਲੇ ਉਧਰ ਪ੍ਰੈਸ ਦੇ ਬਹੁਤ ਸਾਰੇ ਬਿੱਲ ਅੜੇ ਹੋਏ ਨੇ। ਮਤਲਬ ਕਿ ਤੈਨੂੰ ਸੁੱਕਾ ਹੀ ਟਰਕਾ ਦਿੱਤਾ? ਮੈਂ ਫੇਰ ਕਿਹਾ, ਅੱਛਾ ਹਾਲੇ 100 ਕੁ ਰੁਪਏ ਹੀ ਦੇ ਦਿਓ। ਪਰ ਉਹਨਾਂ ਲਾਰਿਆਂ ਲੱਪਿਆਂ ਵਿੱਚ ਹੀ ਰੱਖਿਆ। ਤਾਂ ਇਸ ਦਾ ਮਤਲਬ ਇਹ ਨਿਕਲਿਆ ਕਿ ਮੇਰੇ ਵਾਲੇ ਤਰੀਕੇ ਨੂੰ ਤੂੰ ਪਹਿਲਾਂ ਹੀ ਅਜਮਾ ਚੁੱਕਾ ਹੈ। ਹਾਂ ਸੱਚ, ਇੱਕ ਗੱਲ ਤਾਂ ਤੂੰ ਦੱਸੀ ਹੀ ਨਾ। ਅਲਾਟਮੈਂਟ ਕਰਵਾ ਲੈਣ ਤੋਂ ਬਾਅਦ ਤੂੰ ਦੱਸਿਆ ਏ ਨਾ ਜੋ ਉਹਨਾਂ ਤੈਨੂੰ ਕਿਹਾ ਸੀ ਕਿ ਪਰਸੋਂ ਆ ਕੇ ਵਸੀਹਤ ਨਾਮੇ ਵਗੈਰਾ ਦੇ ਕਾਗਜ਼ ਵੇਖ ਜਾਈਂ। ਫਿਰ ਤੂੰ ਗਿਆ ਕਿਉਂ ਨਹੀਂ? ਗਿਆ ਸਾਂ, ਉਸੇ ਗੱਲ ਨੇ ਤਾਂ ਛੇਕੜ ਤੀਕ ਮੈਨੂੰ ਸ਼ੱਕ ਨਾ ਪੈਣ ਦਿੱਤਾ। ਉਹਨਾਂ ਨੇ ਵਸੀਹਤਨਾਮਾ ਵੀ ਤੇ ਮੁਤਬੰਨਗੀ ਦਾ ਕਾਗਜ਼ ਵੀ ਲਿਖਵਾ ਛੱਡਿਆ ਸੀ। ਦੋਵੇਂ ਕਾਗਜ਼ ਉਰਦੂ ਵਿੱਚ ਸਨ, ਜਿਨ੍ਹਾਂ ਨੂੰ ਮੈਂ ਆਪ ਪੜ੍ਹ ਲਿਆ ਸੀ। ਉਹਨਾਂ ਵਿੱਚ ਸਾਰੀ ਮਨਕੂਲਾ ਤੇ ਗੈਰ ਮਨਕੂਲਾ ਜਾਇਦਾਦ ਉਹਨਾਂ ਮੇਰੇ ਨਾਂ ਕੀਤੀ ਹੋਈ ਸੀ। ਫਿਰ ਬਸ ਮੈਂ ਦਸਤਖਤ ਕਰਕੇ ਆ ਗਿਆ। ਵਾਹ ਓਏ ਅਕਲ ਦੇ ਅੰਨਿਆ! ਕਿਉਂ? ਤੂੰ ਇੰਨੀ ਗੱਲ ਨਾ ਸੋਚੀ ਕਿ ਕਾਰਵਾਈਆਂ ਅਦਾਲਤ ਵਿੱਚ ਜਾ ਕੇ ਰਜਿਸਟਰਾਰ ਦੇ ਸਾਹਮਣੇ ਕੀਤੀਆਂ ਜਾਂਦੀਆਂ ਨੇ ਕਿ ਘਰਾਂ ਵਿੱਚ? ਮੈਨੂੰ ਕੀ ਪਤਾ ਇਹਨਾਂ ਗੱਲਾਂ ਦਾ, ਜਿੱਕਣ ਉਹ ਕਹੀ ਗਏ ਮੈਂ ਕਰੀ ਗਿਆ। ਭਲਾ ਦੱਸ, ਹਜੇ ਵੀ ਤੇਰਾ ਖਿਆਲ ਹੈ ਕਿ ਪੰਡਤ ਹੋਰੀ ਤੈਨੂੰ ਸੱਚਮੁੱਚ ਆਪਣਾ ਮੁਤਬੰਨਾ ਬਣਾ ਰਹੇ ਨੇ? ਕੀ ਦੱਸਾਂ, ਸਮਝ ਕੁਝ ਨਹੀਂ ਆਉਂਦਾ। ਸਮਝ ਜੇ ਹਜੇ ਵੀ ਤੈਨੂੰ ਨਹੀਂ ਆਈ ਤਾਂ ਫਿਰ ਮੜੀਆਂ ਵਿੱਚ ਜਾ ਕੇ ਹੀ ਆਵੇਗੀ। ਲੈ ਸੁਣ ਹੁਣ ਕੰਨ ਖੋਲ ਕੇ, ਇਹ ਸਾਰੀ 420 ਹੋ ਰਹੀ ਹੈ ਤੇਰੇ ਨਾਲ। ਮੇਰੀ ਗੱਲ ਘੁੱਟ ਕੇ ਪੱਲੇ ਬੰਨ ਲੈ ਕਿ ਨਾ ਤੈਨੂੰ ਕਿਸੇ ਨੇ ਮੁਤਬੰਨਾ ਬਣਾਣਾ ਹੀ, ਨਾ ਜਾਇਦਾਦ ਚੋਂ ਕੌਡੀ ਮਿਲਣੀ ਹੋ। ਜਿਨ੍ਹਾਂ ਕਾਗਜ਼ਾਂ ਉੱਤੇ ਤੂੰ ਦਸਤਖਤ ਕਰਕੇ ਦੇ ਆਇਆ ਵੇਂ ਉਹਨਾਂ ਦਾ ਮੁੱਲ 2 ਕੌਡਾਂ ਵੀ ਨਹੀਂ। ਤੈਨੂੰ ਦੱਸਿਆ ਏ ਕਿ ਇਹ ਕਾਰਵਾਈਆਂ ਅਦਾਲਤ ਵਿੱਚ ਜਾ ਕੇ ਹੁੰਦੀਆਂ ਨੇ। ਮੂਰਖਾ, ਤੂੰ ਮੈਨੂੰ ਦੱਸ ਜੂ ਤੇਰੇ ਕੋਲ ਕੀ ਸਬੂਤ ਹੈ? ਨਾ ਕੋਈ ਗਵਾਹੀ, ਨਾ ਸ਼ਾਦੀ। ਜੇ ਉਹਨਾਂ ਕਾਗਜ਼ਾਂ ਨੂੰ ਅੱਜ ਹੀ ਪਾੜ ਕੇ ਸੁੱਟ ਛੱਡੇ ਤਾਂ ਦੱਸ ਤੇਰੇ ਪੱਲੇ ਕੀ ਪਿਆ? ਇਹ ਨਾ ਸਮਝੇ ਕਿ ਇੰਨੇ ਵਿੱਚ ਹੀ ਗੱਲ ਮੁੱਕ ਗਈ। ਜਦੋਂ ਵੀ ਉਸਦਾ ਦਾਅ ਲੱਗਿਆ ਉਹ ਤੇਰਾ ਵੀ ਕੰਡਾ ਕੱਢ ਛੱਡਣਾ ਈ। ਸੋ ਗੱਲ ਨਾ ਹੋਵੇ ਕਿ ਜਾਇਦਾਦ ਲੈਂਦਾ ਲੈਂਦਾ ਜਾਨ ਤੋਂ ਵੀ ਹੱਥ ਧੋ ਬਏ। ਸ਼ੰਭੂ ਦੀਆਂ ਇੱਕ ਕੜਾਕੇਦਾਰ ਗੱਲਾਂ ਸੁਣ ਕੇ ਨਵਲ ਕਿਸ਼ੋਰ ਦੇ ਦਿਮਾਗ ਵਿਚਲਾ ਨਸ਼ਾ ਕਾਫੀ ਹੱਦ ਤੱਕ ਠੰਡਾ ਹੋ ਚੁੱਕਾ ਸੀ। ਫਿਰ ਵੀ ਹਜੇ ਤੱਕ ਪੂਰੇ ਤੌਰ ਤੇ ਉਹ ਇਸ ਦੁਰਾਹੇ ਤੋਂ ਕਿਸੇ ਇੱਕ ਸੇਧ ਵੱਲ ਨਹੀਂ ਸੀ ਮੁੜ ਸਕਿਆ। ਉਸਨੇ ਇਸੇ ਘਬਰਾਹਟ ਦੀ ਹਾਲਤ ਵਿੱਚ ਸ਼ੰਭੂ ਨੂੰ ਪੁੱਛਿਆ, ਫਿਰ ਹੁਣ ਕੀ ਕਰਾਂ? ਹੁਣ? ਸ਼ੰਭੂ ਤਲਖ ਹੋ ਕੇ ਬੋਲਿਆ, ਐਸ ਪੁਲੀ ਨਾਲ ਟੱਕਰ ਮਾਰ, ਹੋਰ ਕੀ ਕਰਨਾ ਈ? ਚਵਲੇ ਜਹਾਨ ਦੀਏ, ਕੁਛ ਤਾਂ ਅੱਗਾ ਪਿੱਛਾ ਸੋਚਦਿਓ। ਨਵਲ ਕਿਸ਼ੋਰ ਉਂਦੀ ਪਾਈ ਬੈਠਾ ਰਿਹਾ। ਸ਼ੰਭੂ ਨੇ ਮੁੜ ਫਟਕਾਰਿਆ, ਤੇਰੀ ਤਾਂ ਉਹ ਗੱਲ ਹੈ, ਆਖੇ ਜਿਸ ਲਾਈ ਗੱਲੀ ਉਸੇ ਨਾਲ ਉੱਠ ਚੱਲੀ। ਐਮਕਾ, ਇਤਨਾ ਨਾ ਸੋਚ ਦਿਓ ਪਈ ਸਾਰੇ ਜ਼ਮਾਨੇ ਦਾ ਛਟਿਆ ਫੂਕਿਆ ਬੁੱਢੜ ਐਡਾ ਸੌਖਾ ਲੱਗਾ ਸੀ ਸਭ ਕੁਝ ਸੌਂਪਣ, ਜਿਸ ਦੀ ਆਪ ਕੌਡੀ ਕੌਡੀ ਵਿੱਚ ਜਾਨ ਅੜੀ ਹੋਈ ਹੈ। ਹੁਣ ਕਰਮਾਂ ਦਾ ਪੀਠਾ ਛਾਣ ਬਹਿ ਕੇ। ਨਵਲ ਕਿਸ਼ੋਰ ਉੱਤੇ ਇੱਕ ਰੰਗ ਆਉਂਦਾ ਇੱਕ ਜਾਂਦਾ ਸੀ। ਉਹ ਇਸ ਵੇਲੇ ਨਿਰਾ ਆਪਣੇ ਮੂਰਖਪੁਣੇ ਉੱਤੇ ਹੀ ਨਹੀਂ ਸੀ ਪਛਤਾ ਰਿਹਾ, ਸਗੋਂ ਇਸ ਗੱਲ ਨੂੰ ਸੋਚ ਕੇ ਵੀ ਸ਼ਰਮ ਵਿੱਚ ਗਰਕਦਾ ਜਾਂਦਾ ਸੀ ਕਿ ਉਸਨੇ ਆਪਣੇ ਇਹੋ ਜਿਹੇ ਸਿਆਣੇ ਤੇ ਸਮਝਦਾਰ ਦੋਸਤ ਉੱਤੇ ਵੀ ਬੇਭਰੋਸਗੀ ਕਰਕੇ ਭਾਰੀ ਅਨਿਆਉ ਕੀਤਾ। ਦੋਹਾਂ ਨੂੰ ਗੱਲਾਂ ਕਰਦਿਆਂ ਕਾਫੀ ਦੇਰ ਹੋ ਗਈ ਸੀ। ਸ਼ੰਭੂ ਪੁਲੀ ਤੋਂ ਉੱਠਿਆ ਤੇ ਨਵਲ ਕਿਸ਼ੋਰ ਨੂੰ, ਜਿਹੜਾ ਗੋਡਿਆਂ ਵਿੱਚ ਸਿਰ ਦਿੱਤੀ ਬੈਠਾ ਸੀ, ਉਠਾਲਦਾ ਹੋਇਆ ਬੋਲਿਆ, ਉੱਠ ਕੇ ਤੁਰ ਹੁਣ ਘਰ ਨੂੰ। ਕੀ ਬਹਿ ਰਿਹਾ ਏ? ਜੀਕਣ ਮੁਹਾਨਾ ਬੇੜੀ ਰੋੜ ਕੇ ਬਹਿੰਦਾ ਏ। ਨਵਲ ਕਿਸ਼ੋਰ ਦਾ ਸਾਹ ਸੱਤ ਮੁੱਕਿਆ ਹੋਇਆ ਸੀ। ਸ਼ੰਭੂ ਦੇ ਸਾਹਮਣੇ ਉਸਦੀ ਅੱਖ ਨਹੀਂ ਸੀ ਉੱਠਦੀ। ਤੁਰਦੇ ਤੁਰਦੇ ਜਦੋਂ ਇੱਕ ਐਸੇ ਥਾਂ ਪਹੁੰਚੇ ਜਿੱਥੋਂ ਦੋਹਾਂ ਨੇ ਵੱਖੋ ਵੱਖ ਹੋ ਜਾਣਾ ਸੀ ਤਾਂ ਸ਼ੰਭੂ ਬੋਲਿਆ, ਜਾ ਹੁਣ ਘਰ ਜਾ ਕੇ ਆਰਾਮ ਕਰ, ਸੋਚ ਸਾਚ ਕੇ, ਨਾਲੇ ਕਿਸੇ ਹੋਰ ਸਿਆਣੇ ਨਾਲ ਸਲਾਹ ਮਸ਼ਵਰਾ ਕਰਕੇ ਕੱਲ ਕਿਸੇ ਵੇਲੇ ਮਿਲਾਂਗਾ ਤੈਨੂੰ। ਨਾਲੇ ਸੁਣ, ਫਿਰ ਨਾ ਕਿਤੇ ਉਸਦੇ ਸਾਹਮਣੇ ਜਾ ਕੇ ਭਿੱਜੀ ਬਿੱਲੀ ਬਣ ਜਾਈਂ। ਆਖੇ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਆਪਣੀ ਅਕਲ ਪਾਸੋਂ ਵੀ ਕੰਮ ਲਈਦਾ ਏ। ਉਹ ਨਾ ਹੋਵੇ ਜੋ ਕਿਤੇ ਫਿਰ ਉਸਦਾ
ਝੁਰਲੂ ਫਿਰ ਜਾਏ ਸਿਰ ਤੇ, ਤੈਨੂੰ ਮੂੰਹ ਵਿੱਚ ਨਹੀਂ ਪਾ ਲੈਣ ਲੱਗਾ। ਜਵਾਨਾਂ ਵਾਲਾ ਰੂਹ ਰੱਖੀਦਾ ਏ। ਨਵਲ ਕਿਸ਼ੋਰ ਟਸ ਤੋਂ ਮਸ ਨਹੀਂ ਹੋਇਆ। ਉਹ ਕੈਂਪ ਵੱਲ ਮੁੜ ਗਿਆ ਤੇ ਸ਼ੰਭੂ ਆਪਣੇ ਘਰ ਵੱਲ। ਧੰਨਵਾਦ।